ਧੰਨ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਭਰਪੂਰ ਦਿਆਲਤਾ ਨਾਲ ਨਾਮ ਦੀ ਮਹਿਮਾ ਦੇ ਪੂਰਨ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਦੇ ਹਨ। ਭਾਵੇਂ ਕਿ ਨਾਮ ਦੀ ਮਹਿਮਾ ਅਸੀਮ ਹੈ, ਇਹ ਅਕਾਲ ਪੁਰਖ ਦੀ ਤਰ੍ਹਾਂ ਹੀ ਬੇਅੰਤ ਹੈ। ਨਾਮ ਦੀ ਮਹਿਮਾ ਅਨੰਤ ਹੈ, ਨਾਮ ਦੀ ਮਹਿਮਾ ਅਗੰਮ ਹੈ, ਨਾਮ ਦੀ ਮਹਿਮਾ ਅਗੋਚਰ ਹੈ, ਨਾਮ ਦੀ ਮਹਿਮਾ ਕਥੀ ਨਹੀਂ ਜਾ ਸਕਦੀ। ਨਾਮ ਦੀ ਮਹਿਮਾ ਦੀ ਇੱਕ ਝਲਕ ਨਾਲ ਹੀ ਇਨਸਾਨ ਦਾ ਪਾਰ ਉਤਾਰਾ ਹੋ ਜਾਂਦਾ ਹੈ। ਨਾਮ ਦੀ ਇੱਕ ਝਲਕ ਨਾਲ ਹੀ ਮਾਨਸਰੋਵਰ, ਗੁਰਸਾਗਰ, ਰਤਨਾਗਰ, ਗੁਣੀ ਨਿਦਾਨ, ਨਿਰਗੁਣ ਸਰੂਪ, ਅਗੰਮ ਅਗੋਚਰ, ਅਨੰਤ ਬੇਅੰਤ ਅਕਾਲ ਪੁਰਖ ਦੇ ਦਰਸ਼ਨਾਂ ਨਾਲ ਭਰਪੂਰ ਹੋ ਕੇ ਪੂਰਨ ਬ੍ਰਹਮ ਗਿਆਨ, ਪੂਰਨ ਤਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਨਾਮ ਦੀ ਪ੍ਰਾਪਤੀ ਨਾਮ ਦੀ ਮਹਿਮਾ ਦਾ ਭਾਵ ਹੈ। ਬ੍ਰਹਮ ਲੀਨ ਹੋ ਜਾਣਾ, ਮਾਇਆ ਤੇ ਜਿੱਤ ਪ੍ਰਾਪਤ ਕਰ ਲੈਣਾ, ਪੂਰਨ ਬ੍ਰਹਮ ਗਿਆਨ ਦੀ ਪ੍ਰਾਪਤੀ, ਪੂਰਨ ਤਤ ਗਿਆਨ ਦੀ ਪ੍ਰਾਪਤੀ, ਮਨ ਤੇ ਜਿੱਤ ਦੀ ਪ੍ਰਾਪਤੀ, ਅਕਾਲ ਪੁਰਖ ਵਿੱਚ ਅਭੇਦ ਹੋ ਜਾਣਾ, ਪਰਮ ਪਦ ਦੀ ਪ੍ਰਾਪਤੀ, ਪਰਉਪਕਾਰ ਅਤੇ ਮਹਾਪਰਉਪਕਾਰ ਕਰਨ ਦੀ ਮਹਾਨ ਸੇਵਾ ਅਤੇ ਸ਼ਕਤੀ ਦੀ ਪ੍ਰਾਪਤੀ। ਇਸ ਲਈ ਨਾਮ ਅਮੋਲਾ ਹੈ। ਨਾਮ ਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ। ਹੁਣ ਤੱਕ ਕੋਈ ਵੀ ਐਸੀ ਸ਼ਖਸੀਅਤ ਧਰਤੀ ਤੇ ਪ੍ਰਗਟ ਨਹੀਂ ਹੋਈ ਜੋ ਨਾਮ ਦਾ ਮੁੱਲ ਜਾਣਦੀ ਹੋਵੇ। ਨਾਮ ਇੱਕ ਮਹਾਨ ਅਸੀਮ ਸ਼ਕਤੀ ਹੈ, ਪਰ ਫਿਰ ਵੀ ਗੁਰੂ ਅਰਜਨ ਦੇਵ ਜੀ ਨੇ ਸਾਡੇ ਉੱਪਰ ਇਹਨਾਂ ਸ਼ਬਦਾਂ ਰਾਹੀਂ ਨਾਮ ਦੀ ਮਹਿਮਾ ਦਾ ਝਲਕਾਰਾ ਦੇ ਕੇ ਸਾਡੇ ਉੱਤੇ ਬਹੁਤ ਕਿਰਪਾ ਕੀਤੀ ਹੈ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਸ਼ਾਸਤਰ, ਸਿਮਰਤੀਆਂ, ਵੇਦ, ਪੁਰਾਨ ਅਤੇ ਉਪਨਿਸ਼ਦਾਂ ਦੇ ਨਾਂ ਨਾਲ ਜਾਣੀਆਂ ਜਾਣ ਵਾਲੀਆਂ ਪੁਰਾਤਨ ਰਿਸ਼ੀਆਂ ਅਤੇ ਮੁਨੀਆਂ ਦੁਆਰਾ ਰਚਿਤ ਧਰਤੀ ਤੇ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਉਪਲਬਧ ਹਨ। ਇਹ ਸਭ ਧਾਰਮਿਕ ਗ੍ਰੰਥ ਹਿੰਦੂ ਧਰਮ ਦਾ ਹਿੱਸਾ ਕਰਕੇ ਜਾਣੀਆਂ ਜਾਂਦੀਆਂ ਹਨ। ਇਹ ਸਾਰੀਆਂ ਧਾਰਮਿਕ ਪੁਸਤਕਾਂ ਮਨੁੱਖੀ ਜੀਵਨ ਨੂੰ ਸੁੰਦਰ ਅਤੇ ਸੁਖਾਲਾ ਬਣਾਉਣ ਦੀਆਂ ਵਿਧੀਆਂ ਅਤੇ ਮੰਤਰਾਂ ਦੀ ਵਿਆਖਿਆ ਨਾਲ ਭਰੀਆਂ ਪਈਆਂ ਹਨ। ਇਹ ਸਾਰੇ ਧਰਮ ਗ੍ਰੰਥ ਮਨੁੱਖ ਦੇ ਜੀਵਨ ਨੂੰ ਸੁਖਾਲਾ ਬਣਾਉਣ ਅਤੇ ਇੱਕ ਚੰਗੀ ਅਤੇ ਸੱਚੀ ਜ਼ਿੰਦਗੀ ਗੁਜ਼ਾਰਨ ਵਿੱਚ ਸਹਾਇਕ ਸਿੱਧ ਹੁੰਦੇ ਹਨ। ਇਹ ਧਾਰਮਿਕ ਗ੍ਰੰਥ ਪੁਰਾਣੇ ਸਮੇਂ ਵਿੱਚ ਹੋਏ ਰਿਸ਼ੀਆਂ ਅਤੇ ਮੁਨੀਆਂ ਦੀਆਂ ਜੀਵਨ ਕਹਾਣੀਆਂ ਵੀ ਦੱਸਦੀਆਂ ਹਨ। ਇਹ ਧਾਰਮਿਕ ਪੁਸਤਕਾਂ ਇਹ ਵੀ ਬਿਆਨ ਕਰਦੀਆਂ ਹਨ ਕਿ ਪੁਰਾਤਨ ਸਮੇਂ ਅੰਦਰ ਰਿਸ਼ੀਆਂ ਅਤੇ ਮੁਨੀਆਂ ਦੀ ਰੋਜ਼ਾਨਾ ਜ਼ਿੰਦਗੀ ਕਿਵੇਂ ਹੁੰਦੀ ਸੀ ਅਤੇ ਉਹਨਾਂ ਦੀਆਂ ਕੀ ਧਾਰਮਿਕ ਪ੍ਰਾਪਤੀਆਂ ਸਨ। ਇਹ ਧਰਮ ਗ੍ਰੰਥ ਧਰਮ ਕਰਮ ਦਾ ਬਿਉਰਾ ਵੀ ਦਿੰਦੇ ਹਨ। ਇਹਨਾਂ ਧਰਮ ਗ੍ਰੰਥਾਂ ਦਾ ਅਸਲ ਆਧਾਰ ਨਾਮ ਦਾ ਗੁਰਪ੍ਰਸਾਦ ਹੀ ਹੈ। ਨਾਮ ਕੇ ਧਾਰੇ ਸਿਮਰਿਤ ਵੇਦ ਪੁਰਾਨ। ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਾਨੂੰ ਦੱਸ ਰਹੇ ਹਨ ਕਿ ਇਹਨਾਂ ਸਾਰਿਆਂ ਧਰਮ ਗ੍ਰੰਥਾਂ ਨੂੰ ਪਾਲਣ ਤੇ ਇਹ ਹੀ ਪਤਾ ਲੱਗਿਆ ਹੈ ਕਿ ਕੇਵਲ ਇਹਨਾਂ ਧਾਰਮਿਕ ਕਿਤਾਬਾਂ ਨੂੰ ਪੜ੍ਹਨ ਨਾਲ ਗੁਰਪ੍ਰਸਾਦ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਦੀ ਭਗਤੀ ਕੇਵਲ ਇਹਨਾਂ ਧਾਰਮਿਕ ਪੁਸਤਕਾਂ ਨੂੰ ਪੜ੍ਹਨ ਨਾਲ ਨਹੀਂ ਹੁੰਦੀ। ਕੇਵਲ ਗੁਰਪ੍ਰਸਾਦ ਪ੍ਰਾਪਤ ਕਰਨ ਨਾਲ ਬੰਦਗੀ ਹੁੰਦੀ ਹੈ। ਨਾਮ ਸਿਮਰਨ, ਨਾਮ ਦੀ ਕਮਾਈ ਅਤੇ ਪੂਰਨ ਬੰਦਗੀ ਦੇ ਗੁਰਪ੍ਰਸਾਦ ਦੀ ਪ੍ਰਾਪਤੀ ਹੀ ਬੰਦਗੀ ਹੈ, ਜਿਹੜੀ ਕਿ ਇਹਨਾਂ ਧਾਰਮਿਕ ਗ੍ਰੰਥਾਂ ਜਾਂ ਗੁਰਬਾਣੀ ਪੜ੍ਹਨ ਨਾਲ ਹੀ ਨਹੀਂ ਹੁੰਦੀ। ਬੰਦਗੀ ਇਹਨਾਂ ਧਰਮ ਗ੍ਰੰਥਾਂ ਜਾਂ ਗੁਰਬਾਣੀ ਅਨੁਸਾਰ ਦੱਸੇ ਗਏ ਰਸਤੇ ਦੀ ਪਾਲਣਾ ਕਰਨ ਨਾਲ ਹੁੰਦੀ ਹੈ। ਜੇਕਰ ਨਾਮ ਆਧਾਰ ਹੈ ਤਾਂ ਕੇਵਲ ਨਾਮ ਦੇ ਗੁਰਪ੍ਰਸਾਦ ਨਾਲ ਹੀ ਪੂਰਨ ਬ੍ਰਹਮ ਗਿਆਨ ਅਤੇ ਪੂਰਨ ਤਤ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ। ਇਸ ਲਈ ਆਧਾਰ ਵਿੱਚ ਲੀਨ ਹੋਣ ਲਈ ਆਧਾਰ ਦੀ ਪ੍ਰਾਪਤੀ ਦਰਗਾਹੀ ਕਾਨੂੰਨ ਹੈ, ਜੋ ਕਿ ਅਟਲ ਦਰਗਾਹੀ ਹੁਕਮ ਹੈ। ਅਕਾਲ ਪੁਰਖ ਦੇ ਨਿਰਗੁਣ ਸਰੂਪ ਜੋ ਕਿ ਆਧਾਰ ਹੈ, ਅਕਾਲ ਪੁਰਖ ਦਾ ਗੁਰਪ੍ਰਸਾਦੀ ਨਾਮ ਜੋ ਕਿ ਆਧਾਰ ਹੈ, ਮਾਨਸਰੋਵਰ ਗੁਰਸਾਗਰ ਜੋ ਕਿ ਆਧਾਰ ਹੈ, ਜਿਸ ਤੋਂ ਉਤਪਤੀ ਹੋਈ ਹੈ ਉਹੀ ਆਧਾਰ ਹੈ ਅਤੇ ਉਸੇ ਹੀ ਆਧਾਰ ਵਿੱਚ ਲੀਨ ਹੋਣ ਲਈ ਆਧਾਰ ਦੀ ਪ੍ਰਾਪਤੀ ਕੇਵਲ ਆਧਾਰ ਦੁਆਰਾ ਹੀ ਕੀਤੀ ਜਾ ਸਕਦੀ ਹੈ ਅਤੇ ਇਹ ਅਮੁੱਲਾ ਹੀਰਾ ਨਾਮ ਹੈ। ਨਾਮ ਦਾ ਗੁਰਪ੍ਰਸਾਦ ਸਤਨਾਮ ਜੋ ਕਿ ਧੰਨ ਧੰਨ ਸਤਿਗੁਰ ਨਾਨਕ ਪਾਤਸ਼ਾਹ ਜੀ ਨੇ ਇਸ ਨਾਮ ਅਮੋਲਾ ਨੂੰ ਮੂਲ ਮੰਤਰ ਵਿੱਚ ਸਪਸ਼ਟ ਰੂਪ ਵਿੱਚ ਦਰਗਾਹੀ ਹੁਕਮ ਅਨੁਸਾਰ ਪ੍ਰਗਟ ਕੀਤਾ ਹੈ। ਤਥਾਨੁਸਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿੱਚ ਸਤਨਾਮ ਮੰਤਰ ਦੀ ਮਹਿਮਾ ਦੀ ਇੱਕ ਝਲਕ ਪ੍ਰਕਾਸ਼ਮਾਨ ਕੀਤੀ ਹੈ। ਸਤਨਾਮ ਦਾ ਭਾਵ ਹੈ ਸਤ ਹੈ ਅਤੇ ਇਹ ਸਤ ਅਕਾਲ ਪੁਰਖ ਦਾ ਨਾਮ ਹੈ। ਇਸੇ ਤਰ੍ਹਾਂ ਨਾਲ ਸਤਿਗੁਰ ਦਾ ਭਾਵ ਇਹ ਹੈ
कि सत ही गुरु है। देही विच जो जोत प्रगट हुंदी है, जिसनू गुरबाणी विच प्रगटियो जोत दी संज्ञा दित्ती गई है, वो इलाही जोत परम जोत है, जो कि सत है अते ये सत ही गुरु है। इस दा भाव यह है कि नाम दा गुरप्रसाद ही सानू सर्व शक्तिमान पार ब्रह्म पिता परमेश्वर विच लीन कर सकता है। कोई भी होर धर्म कर्म सानू उस महान शक्ति तक पहुंचण अते उस परम शक्ति विच समाउण दे योग नहीं बना सकते। जिन्ना चिर असी नाम दे गुरप्रसाद नू प्राप्त नहीं करते हाँ, तद तक असी इस गुरप्रसाद विच समाउण दे योग नहीं हो सकते हाँ। केवल गुरप्रसाद दी महान शक्ति ही साडी अंदरूनी मन दी मैल दी सफाई करन विच समर्थ है। केवल गुरप्रसाद दी महान शक्ति ही साडे सारे पिछले जन्म जन्मांतरां दे पापां दी मैल धो के सानू कर्म बंधनां तो छुटकारा दिवा सकदी है। केवल गुरप्रसाद दी महान शक्ति ही साडे हिरदे नू पूर्ण सच्चाई रहित दी बख्शिश नाल भरपूर कर सकण दी समर्था रखदी है। केवल गुरप्रसाद दी महान शक्ति ही साडे हिरदे विच परम जोत दा पूर्ण प्रकाश कर सकदी है। केवल गुरप्रसाद दी महान शक्ति ही साडे हिरदे नू सारे सत गुणां नाल भरपूर कर सकदी है। केवल गुरप्रसाद दी महान शक्ति ही साडे अंदर पूर्ण ब्रह्म ज्ञान दा प्रकाश कर सकदी है। केवल गुरप्रसाद दी महान शक्ति ही साडे अंदर तत्व ज्ञान प्रगट कर सकदी है। केवल गुरप्रसाद दी महान शक्ति ही सानू जीवन मुक्ति दिवा सकदी है। केवल गुरप्रसाद दी महान शक्ति ही सानू माया दे बंधनां तो मुक्त कर सकदी है। केवल गुरप्रसाद दी महान शक्ति ही अते साडी सूखम देही नू सोने दी तरह शुद्ध बना के सानू सुहागण अते सदा सुहागण दे सारे ही दैवी गुणां नाल भरपूर कर सकदी है। केवल गुरप्रसाद दी महान शक्ति ही धन धन पार ब्रह्म पिता परमेश्वर नू साडे हिरदे विच प्रगट होण दी समर्था रखदी है। इसलिए सारी संगत दे चरनां विच दास दी बेनती है कि गुरप्रसाद दी इस महान शक्ति दी प्राप्ति लई दिन रात उस परम शक्तिशाली सर्व कला भरपूर धन धन पार ब्रह्म पिता परमेश्वर दे पावन चरनां विच बेनती कीती जावे। जिन्हां गुरसिखां नू गुरप्रसाद दी बख्शिश हुंदी है, उन्हां दे चरनां विच बेनती है कि वो तन मन धन नाल इस गुरप्रसाद दी भरपूर सेवा करन अते नाम सिमरन, नाम दी कमाई, पूर्ण बंदगी अते सेवा परोपकार अते महापरोपकार विच अपना आपा अर्पण कर देण।